ਬੱਚਿਓ, ਕੀ ਤੁਸੀਂ ਜਾਣਦੇ ਹੋ ਕਿ ਪੌਦੇ ਆਪਣਾ ਭੋਜਨ ਕਿਵੇਂ ਬਣਾਉਂਦੇ ਹਨ? ਕੀ ਤੁਸੀਂ ਆਪਣਾ ਭੋਜਨ ਕਦੇ ਆਪ ਬਣਾਇਆ ਹੈ? ਵਿਦਿਆਰਥੀਓ, ਕੀ ਤੁਹਾਨੂੰ ਪਤਾ ਹੈ ਕਿ ਛੋਟੇ ਤੋਂ ਛੋਟਾ ਪੌਦਾ ਵੀ ਆਪਣਾ ਭੋਜਨ ਆਪ ਬਣਾਉਂਦਾ ਹੈ? ਪੌਦਿਆਂ ਦੁਆਰਾ ਆਪਣਾ ਭੋਜਨ ਬਣਾਉਣ ਦੀ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ। ਆਓ ਦੇਖੀਏ ਕਿ ਪੌਦੇ ਆਪਣਾ ਭੋਜਨ ਕਿਵੇਂ ਤਿਆਰ ਕਰਦੇ ਹਨ। ਇਸ ਕੰਮ ਲਈ ਪੌਦਿਆਂ ਨੂੰ 4 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ: ਸੂਰਜ ਦੀ ਰੋਸ਼ਨੀ, ਹਵਾ ਵਿਚਲੀ ਕਾਰਬਨ ਡਾਈਆਕਸਾਈਡ, ਕਲੋਰੋਫਿਲ ਅਤੇ ਹੇਠਲੀ ਮਿੱਟੀ ਤੋਂ ਪਾਣੀ। ਪ੍ਰਕਾਸ਼ ਸੰਸ਼ਲੇਸ਼ਣ ਪੌਦਿਆਂ ਦੇ ਪੱਤਿਆਂ ਦੁਆਰਾ ਕੀਤਾ ਜਾਂਦਾ ਹੈ। ਹਰ ਇੱਕ ਪੌਦੇ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ। ਸਟੋਮੈਟਾ ਦੁਆਰਾ ਹੀ ਹਵਾ ਵਿਚਲੀ ਕਾਰਬਨ ਡਾਈਆਕਸਾਈਡ ਪੱਤਿਆਂ ਵਿੱਚ ਪ੍ਰਵੇਸ਼ ਕਰਦੀ ਹੈ। ਪੌਦਾ ਸੈੱਲਾਂ ਵਿੱਚ ਛੋਟੀਆਂ ਰਚਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕਲੋਰੋਪਲਾਸਟ ਕਿਹਾ ਜਾਂਦਾ ਹੈ। ਇਸ ਕਲੋਰੋਪਲਾਸਟ ਵਿੱਚ ਕਲੋਰੋਫਿਲ ਹੁੰਦਾ ਹੈ। ਪੌਦੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੀ ਮਦਦ ਨਾਲ ਸੂਰਜ ਦੀ ਰੋਸ਼ਨੀ ਅਤੇ ਕਲੋਰੋਫਿਲ ਦੀ ਮੌਜੂਦਗੀ ਵਿੱਚ ਆਪਣਾ ਭੋਜਨ ਤਿਆਰ ਕਰਦੇ ਹਨ ਅਤੇ ਭੋਜਨ ਤਿਆਰ ਕਰਨ ਸਮੇਂ ਆਕਸੀਜਨ ਬਾਹਰ ਛੱਡ ਦਿੰਦੇ ਹਨ। ਇਹ ਆਕਸੀਜਨ ਸਟੋਮੈਟਾ ਰਾਹੀਂ ਪੱਤਿਆਂ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਬਣਿਆ ਹੋਇਆ ਭੋਜਨ, ਜੋ ਕਿ ਗਲੂਕੋਜ਼ ਦੇ ਰੂਪ ਵਿੱਚ ਹੁੰਦਾ ਹੈ, ਪੌਦੇ ਨੂੰ ਪੋਸ਼ਣ ਦਿੰਦਾ ਹੈ, ਜਿਸ ਨਾਲ ਪੌਦਾ ਹੋਰ ਵੱਧਦਾ ਫੁੱਲਦਾ ਹੈ। ਬਚਿਆ ਹੋਇਆ ਭੋਜਨ ਸਟਾਰਚ ਦੇ ਰੂਪ ਵਿੱਚ ਪੌਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜੋ ਕਿ ਬਾਅਦ ਵਿੱਚ ਵੀ ਕੰਮ ਆ ਸਕਦਾ ਹੈ। ਇਸ ਲਈ ਪ੍ਰਕਾਸ਼ ਸੰਸ਼ਲੇਸ਼ਣ ਉਹ ਕਿਰਿਆ ਹੈ ਜਿਸ ਵਿੱਚ ਪੌਦੇ ਕਾਰਬਨ ਡਾਈਆਕਸਾਈਡ, ਪਾਣੀ, ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਦੀ ਮਦਦ ਨਾਲ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਸੂਰਜੀ ਪ੍ਰਕਾਸ਼ ਪ੍ਰਕਾਸ਼ ਸੰਸ਼ਲੇਸ਼ਣ ਲਈ ਕਿਉਂ ਜ਼ਰੂਰੀ ਹੈ। ਇਸ ਦੇ ਲਈ ਇੱਕ ਕਿਰਿਆ ਕਰੋ। ਖੁੱਲੇ ਮੂੰਹ ਵਾਲੀ ਬੋਤਲ ਲਓ, ਉਸ ਉੱਪਰ ਕਾਲਾ ਕਾਗਜ਼ ਚਿਪਕਾ ਦਿਓ। ਬੋਤਲ ਦੇ ਮੂੰਹ ਨੂੰ ਕੋਰਕ ਨਾਲ ਬੰਦ ਕਰੋ, ਜਿਸ ਵਿੱਚ ਛੋਟਾ ਛੇਕ ਹੋਵੇ, ਜਿਸ ਰਾਹੀਂ ਪੱਤਾ ਬੋਤਲ ਦੇ ਅੰਦਰ ਜਾ ਸਕੇ। ਪੌਦੇ ਦੇ ਇੱਕ ਪੱਤੇ ਦੇ ਅੱਧੇ ਹਿੱਸੇ ਨੂੰ ਕਾਰਕ ਵਿਚਲੇ ਛੇਕ ਰਾਹੀਂ ਬੋਤਲ ਵਿੱਚ ਪਾਓ। 2 ਦਿਨ ਬਾਅਦ ਉਸ ਪੱਤੇ ਨੂੰ ਤੋੜ ਕੇ ਐਲਕੋਹਲ ਵਿੱਚ ਉਬਾਲੋ, ਜਦੋਂ ਤੱਕ ਪੱਤੇ ਦਾ ਰੰਗ ਖਤਮ ਨਾ ਹੋ ਜਾਏ। ਫਿਰ ਇਸ ਪੱਤੇ ਉੱਤੇ ਆਇਓਡੀਨ ਘੋਲ ਦੀਆਂ ਕੁਝ ਬੂੰਦਾਂ ਪਾਓ। ਅਸੀਂ ਦੇਖਦੇ ਹਾਂ ਕਿ ਪੱਤੇ ਦਾ ਸਿਰਫ ਅੱਧਾ ਭਾਗ ਕਾਲਾ ਨੀਲਾ ਹੋ ਜਾਂਦਾ ਹੈ। ਇਹ ਉਹੀ ਭਾਗ ਹੈ ਜੋ ਸੂਰਜੀ ਪ੍ਰਕਾਸ਼ ਵਿੱਚ ਪਿਆ ਸੀ। ਆਇਓਡੀਨ ਘੋਲ ਨਾਲ ਕਾਲਾ ਨੀਲਾ ਰੰਗ ਪੱਤੇ ਵਿੱਚ ਸਟਾਰਚ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਟਾਰਚ ਦੇ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਦਾ ਹੋਣਾ ਜ਼ਰੂਰੀ ਹੈ। ਆਓ ਦੇਖੀਏ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਕਾਰਬਨ ਡਾਈਆਕਸਾਈਡ ਦੀ ਮੌਜੂਦਗੀ ਜ਼ਰੂਰੀ ਹੈ ਜਾਂ ਨਹੀਂ। ਕਿਸੇ ਗਮਲੇ ਵਿੱਚ ਲੱਗੇ ਪੌਦੇ ਦੇ ਪੱਤੇ ਨੂੰ ਖੁੱਲੇ ਮੂੰਹ ਵਾਲੀ ਬੋਤਲ ਵਿੱਚ ਪਾਓ। ਬੋਤਲ ਨੂੰ ਕਾਸਟਿਕ ਪੋਟਾਸ਼ ਦੇ ਘੋਲ ਨਾਲ ਭਰ ਦਿਓ। ਕਾਸਟਿਕ ਪੋਟਾਸ਼ ਬੋਤਲ ਵਿੱਚੋਂ ਕਾਰਬਨ ਡਾਈਆਕਸਾਈਡ ਨੂੰ ਸੋਖ ਲਏਗਾ। ਇਸ ਸਿਸਟਮ ਨੂੰ 2-3 ਦਿਨ ਲਈ ਅਜਿਹੀ ਥਾਂ ਤੇ ਰੱਖੋ ਜਿੱਥੇ ਪੌਦੇ ਨੂੰ ਭਰਪੂਰ ਸੂਰਜੀ ਪ੍ਰਕਾਸ਼ ਮਿਲ ਸਕੇ। 2 ਦਿਨ ਬਾਅਦ ਬੋਤਲ ਵਿਚਲੇ ਪੱਤੇ ਨੂੰ ਪੌਦੇ ਤੋਂ ਤੋੜ ਲਓ ਅਤੇ ਉਸ ਵਿੱਚ
ਪਹਿਲਾਂ ਦੀ ਤਰ੍ਹਾਂ ਸਟਾਰਚ ਦੀ ਮੌਜੂਦਗੀ ਦਾ ਪਰੀਖਣ ਕਰੋ। ਅਸੀਂ ਦੇਖਦੇ ਹਾਂ ਕਿ ਆਇਓਡੀਨ ਘੋਲ ਨਾਲ ਅੱਧਾ ਪੱਤਾ ਹੀ ਕਾਲਾ ਨੀਲਾ ਹੁੰਦਾ ਹੈ। ਕੇਵਲ ਪੱਤੇ ਦਾ ਉਹੀ ਅੱਧਾ ਭਾਗ ਰੰਗ ਬਦਲਦਾ ਹੈ ਜੋ ਕਾਸਟਿਕ ਪੋਟਾਸ਼ ਘੋਲ ਤੋਂ ਬਾਹਰ ਸੀ। ਇਸ ਦਾ ਮਤਲਬ ਕਿ ਸਟਾਰਚ ਦਾ ਸੰਸ਼ਲੇਸ਼ਣ ਬੋਤਲ ਵਿਚਲੇ ਪੱਤੇ ਦੇ ਭਾਗ ਵਿੱਚ ਨਹੀਂ ਹੋਇਆ ਕਿਉਂਕਿ ਉਸ ਭਾਗ ਨੂੰ ਕਾਰਬਨ ਡਾਈਆਕਸਾਈਡ ਨਹੀਂ ਮਿਲੀ। ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਕਾਰਬਨ ਡਾਈਆਕਸਾਈਡ ਜ਼ਰੂਰੀ ਹੈ। ਅਮੀਬਾ ਜਲ ਭੰਡਾਰਾਂ ਵਿੱਚ ਮਿਲਣ ਵਾਲਾ ਇੱਕ ਸੈਲੀ ਜੀਵ ਹੈ। ਇਹ ਲਗਾਤਾਰ ਆਪਣੀ ਆਕ੍ਰਿਤੀ ਅਤੇ ਸਥਿਤੀ ਬਦਲਦਾ ਰਹਿੰਦਾ ਹੈ। ਇਹ ਇੱਕ ਜਾਂ ਵਧੇਰੇ ਉਂਗਲੀ ਵਾਧਰੇ ਬਾਹਰ ਕੱਢਦਾ ਰਹਿੰਦਾ ਹੈ, ਜਿਸ ਨੂੰ ਆਭਾਸੀ ਪੈਰ ਕਹਿੰਦੇ ਹਨ, ਜੋ ਇਸ ਨੂੰ ਗਤੀ ਦੇਣ ਅਤੇ ਭੋਜਨ ਫੜਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਇਸ ਨੂੰ ਭੋਜਨ ਦਾ ਪਤਾ ਲੱਗਦਾ ਹੈ ਤਾਂ ਇਹ ਭੋਜਨ ਕਣ ਦੇ ਚੌਹਾਂ ਪਾਸਿਆਂ ਦੇ ਆਭਾਸੀ ਪੈਰ ਵਿਕਸਿਤ ਕਰਕੇ ਉਸ ਨੂੰ ਅੰਦਰ ਲੰਘਾ ਜਾਂਦਾ ਹੈ। ਭੋਜਨ ਪਦਾਰਥ ਉਸ ਦੇ ਭੋਜਨ ਵੈਕਿਊਲ ਵਿੱਚ ਫਸ ਜਾਂਦੇ ਹਨ। ਭੋਜਨ ਵੈਕਿਊਲ ਵਿੱਚ ਹੀ ਪਾਚਕ ਰਸ ਰਿਸਦੇ ਹਨ। ਇਹ ਭੋਜਨ ਪਦਾਰਥਾਂ ਨਾਲ ਕਿਰਿਆ ਕਰਕੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ। ਬਿਨਾਂ ਪਚਿਆ ਰਹਿੰਦ ਖੂੰਹਦ ਭੋਜਨ ਰਸਦਾਨੀ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ। ਬੱਚਿਓ, ਅਸੀਂ ਆਪਣਾ ਭੋਜਨ ਮੂੰਹ ਦੁਆਰਾ ਗ੍ਰਹਿਣ ਕਰਦੇ ਹਾਂ, ਇਸ ਨੂੰ ਪਚਾਉਂਦੇ ਹਾਂ ਅਤੇ ਫਿਰ ਉਸ ਦੀ ਵਰਤੋਂ ਕਰਦੇ ਹਾਂ। ਭੋਜਨ ਦਾ ਅਣਪਚਿਆ ਭਾਗ ਮਲ ਦੇ ਰੂਪ ਵਿੱਚ ਤਿਆਗ ਦਿੱਤਾ ਜਾਂਦਾ ਹੈ। ਭੋਜਨ ਇੱਕ ਲੰਬੀ ਨਲੀ ਵਿੱਚੋਂ ਲੰਘਦਾ ਹੈ ਜੋ ਮੂੰਹ ਖੋੜ ਤੋਂ ਸ਼ੁਰੂ ਹੋ ਕੇ ਮਲ ਦੁਆਰ ਤੱਕ ਜਾਂਦੀ ਹੈ। ਇਸ ਨਲੀ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਸਕਦੇ ਹਾਂ। ਨੰਬਰ 1 ਮੂੰਹ ਖੋੜ, ਨੰਬਰ 2 ਭੋਜਨ ਨਲੀ ਜਾਂ ਅੰਨ ਨਲੀ, ਨੰਬਰ 3 ਮਿਹਦਾ, ਨੰਬਰ 4 ਛੋਟੀ ਆਂਦਰ, ਨੰਬਰ 5 ਵੱਡੀ ਆਂਦਰ, ਨੰਬਰ 6 ਮਲ ਦੁਆਰ। ਆਓ ਪਹਿਲਾਂ ਮੂੰਹ ਅਤੇ ਮੂੰਹ ਖੋੜ ਦੀ ਗੱਲ ਕਰੀਏ। ਭੋਜਨ ਨੂੰ ਸਰੀਰ ਦੇ ਅੰਦਰ ਲੈਣ ਦੀ ਕਿਰਿਆ ਅੰਤਰ ਗ੍ਰਹਿਣ ਅਖਵਾਉਂਦੀ ਹੈ। ਅਸੀਂ ਦੰਦਾਂ ਦੀ ਸਹਾਇਤਾ ਨਾਲ ਭੋਜਨ ਚਬਾਉਂਦੇ ਹਾਂ ਅਤੇ ਯੰਤਰਿਕ ਵਿਧੀ ਨਾਲ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਪੀਸ ਦਿੰਦੇ ਹਾਂ। ਸਾਡੇ ਮੂੰਹ ਵਿੱਚ ਲਾਰ ਗ੍ਰੰਥੀ ਹੁੰਦੀ ਹੈ ਜੋ ਥੁੱਕ ਰਿਸਦੀ ਹੈ। ਲਾਰ ਭੋਜਨ ਵਿੱਚ ਮੌਜੂਦ ਸਟਾਰਚ ਨੂੰ ਖੰਡ ਵਿੱਚ ਬਦਲਦੀ ਹੈ ਅਤੇ ਭੋਜਨ ਨੂੰ ਨਰਮ ਬਣਾਉਂਦੀ ਹੈ। ਦੂਸਰਾ ਭਾਗ ਜੀਭ। ਜੀਭ ਮਾਸ ਦਾ ਇੱਕ ਪੇਸ਼ੀਦਾਰ ਅੰਗ ਹੈ ਜਿਹੜੀ ਪਿੱਛੇ ਵੱਲ ਮੂੰਹ ਕੋੜ ਦੇ ਹੇਠਲੇ ਤਲ ਨਾਲ ਜੁੜੀ ਹੁੰਦੀ ਹੈ। ਇਸ ਦਾ ਅਗਲਾ ਭਾਗ ਸੁਤੰਤਰ ਹੁੰਦਾ ਹੈ ਅਤੇ ਕਿਸੇ ਵੀ ਦਿਸ਼ਾ ਵਿੱਚ ਮੁੜ ਸਕਦਾ ਹੈ। ਜੀਭ ਉੱਤੇ ਸਵਾਦ ਦੇ ਵੱਖ-ਵੱਖ ਖੇਤਰ ਹੁੰਦੇ ਹਨ: ਕੌੜਾ, ਖੱਟਾ, ਨਮਕੀਨ ਅਤੇ ਮਿੱਠਾ। ਭੋਜਨ ਨਲੀ। ਚਬਾਇਆ ਹੋਇਆ ਭੋਜਨ ਭੋਜਨ ਨਲੀ ਜਾਂ ਅੰਨ ਨਲੀ ਵਿੱਚ ਜਾਂਦਾ ਹੈ। ਅੰਨ ਨਲੀ ਦੀ ਭਿੱਤੀ ਦੀ ਹਿਲਜੁਲ ਨਾਲ ਭੋਜਨ ਹੇਠਾਂ ਵੱਲ ਸਰਕਦਾ ਹੈ। ਮਿਹਦਾ। ਮਿਹਦਾ ਮੋਟੀ ਭਿੱਤੀ ਵਾਲੀ ਇੱਕ ਥੈਲੀ ਨੁਮਾ ਸੰਰਚਨਾ ਹੈ। ਇਹ ਚਪਟਾ ਅਤੇ ਯੂ ਸ਼ਕਲ ਦਾ ਹੁੰਦਾ ਹੈ ਅਤੇ ਪਾਚਨ ਮਾਰਗ ਦਾ ਇਹ ਸਭ ਤੋਂ ਚੌੜਾ ਭਾਗ ਹੈ। ਇਹ ਇੱਕ ਪਾਸੇ ਅੰਨ ਨਲੀ ਤੋਂ ਭੋਜਨ ਪ੍ਰਾਪਤ ਕਰਦਾ ਹੈ ਅਤੇ ਦੂਜੇ ਪਾਸੇ ਛੋਟੀ ਆਂਦਰ ਵਿੱਚ ਘੁਲਦਾ ਹੈ। ਮਿਹਦੇ ਦੇ ਅੰਦਰਲੀ ਸਤ੍ਹਾ ਮਿਊਕਸ, ਹਾਈਡਰੋਕਲੋਰਿਕ ਐਸਿਡ ਅਤੇ ਪਾਚਕ ਰਸ
ਰਸਾਉਂਦੀ ਹੈ। ਮਿਊਕਸ ਮਿਹਦੇ ਦੇ ਅੰਦਰਲੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਤੇਜ਼ਾਬ ਅਨੇਕਾਂ ਅਜਿਹੇ ਜੀਵਾਣੂਆਂ ਨੂੰ ਨਸ਼ਟ ਕਰਦਾ ਹੈ ਜੋ ਭੋਜਨ ਦੇ ਨਾਲ ਉੱਥੇ ਪਹੁੰਚ ਜਾਂਦੇ ਹਨ। ਨਾਲ ਹੀ ਇਹ ਮਾਧਿਅਮ ਨੂੰ ਤੇਜ਼ਾਬੀ ਬਣਾਉਂਦਾ ਹੈ। ਪਾਚਕ ਰਸ ਪ੍ਰੋਟੀਨ ਨੂੰ ਸਰਲ ਪਦਾਰਥਾਂ ਵਿੱਚ ਵਿਘਟਿਤ ਕਰ ਦਿੰਦੇ ਹਨ। ਹੁਣ ਭੋਜਨ ਛੋਟੀ ਆਂਦਰ ਵਿੱਚ ਪਹੁੰਚ ਜਾਂਦਾ ਹੈ। ਛੋਟੀ ਆਂਦਰ ਲਗਭਗ 7.5 ਮੀਟਰ ਲੰਬੀ ਅਤੇ ਬਹੁਤ ਕੁੰਡਲਿਤ ਨਲੀ ਹੈ। ਇਹ ਜਿਗਰ ਅਤੇ ਲੁਬਾ ਤੋਂ ਰਸ ਪ੍ਰਾਪਤ ਕਰਦੀ ਹੈ। ਜਿਗਰ ਗੂੜੇ ਲਾਲ ਭੂਰੇ ਰੰਗ ਦੀ ਇੱਕ ਗ੍ਰੰਥੀ ਹੁੰਦੀ ਹੈ ਜਿਹੜੀ ਪੇਟ ਦੇ ਉੱਪਰਲੇ ਭਾਗ ਵਿੱਚ ਸੱਜੇ ਪਾਸੇ ਮੌਜੂਦ ਹੈ। ਇਹ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ। ਇਹ ਪਿੱਤ ਰਸ ਦਾ ਰਿਸਾਅ ਕਰਦੀ ਹੈ ਜਿਹੜਾ ਇੱਕ ਥੈਲੀ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ। ਇਸ ਥੈਲੀ ਨੂੰ ਪਿੱਤਾ ਕਿਹਾ ਜਾਂਦਾ ਹੈ। ਪਿੱਤ ਰਸ ਚਰਬੀ ਦੇ ਪਾਚਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੁਬਾ ਯਾਨੀ ਪੈਨਕ੍ਰੀਆਸ ਹਲਕੇ ਪੀਲੇ ਰੰਗ ਦੀ ਵੱਡੀ ਗ੍ਰੰਥੀ ਹੈ ਜੋ ਮਿਹਦੇ ਦੇ ਬਿਲਕੁਲ ਥੱਲੇ ਸਥਿਤ ਹੁੰਦਾ ਹੈ। ਇਹ ਲੁਬਾ ਰਸ ਪੈਦਾ ਕਰਦਾ ਹੈ ਜੋ ਭੋਜਨ ਵਿੱਚ ਮੌਜੂਦ ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਨਾਲ ਕਿਰਿਆ ਕਰਦਾ ਹੈ ਅਤੇ ਇਹਨਾਂ ਨੂੰ ਸਰਲ ਰੂਪ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਅੰਸ਼ਿਕ ਰੂਪ ਵਿੱਚ ਪਚਿਆ ਭੋਜਨ ਹੁਣ ਛੋਟੀਆਂ ਆਂਦਰਾਂ ਦੇ ਹੇਠਲੇ ਭਾਗ ਵਿੱਚ ਪਹੁੰਚਦਾ ਹੈ ਜਿੱਥੇ ਆਂਦਰ ਰਸ ਪਾਚਨ ਕਿਰਿਆ ਨੂੰ ਪੂਰਾ ਕਰ ਦਿੰਦੇ ਹਨ। ਛੋਟੀ ਆਂਦਰ ਵਿੱਚ ਸੋਖਣ ਪਚਿਆ ਹੋਇਆ ਭੋਜਨ ਸੋਖਿਤ ਹੋ ਕੇ ਛੋਟੀ ਆਂਦਰ ਦੀ ਭਿੱਤੀ ਵਿੱਚ ਸਥਿਤ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ। ਇਸ ਵਿਧੀ ਨੂੰ ਸੋਖਣ ਕਿਹਾ ਜਾਂਦਾ ਹੈ। ਛੋਟੀ ਆਂਦਰ ਦੀ ਅੰਦਰਲੀ ਭਿੱਤੀ ਉੱਤੇ ਉਂਗਲੀਆਂ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਰਸ ਅੰਕੁਰ ਕਿਹਾ ਜਾਂਦਾ ਹੈ। ਰਸ ਅੰਕੁਰ ਪਚੇ ਹੋਏ ਭੋਜਨ ਨੂੰ ਸੋਖਣ ਵਾਲੀ ਸੱਤਾ ਵਧਾ ਦਿੰਦੇ ਹਨ। ਭੋਜਨ ਦਾ ਉਹ ਭਾਗ ਜਿਸ ਦਾ ਪਾਚਨ ਨਹੀਂ ਹੁੰਦਾ ਜਾਂ ਸੋਖਣ ਨਹੀਂ ਹੁੰਦਾ ਵੱਡੀ ਆਂਦਰ ਵਿੱਚ ਭੇਜ ਦਿੱਤਾ ਜਾਂਦਾ ਹੈ। ਵੱਡੀ ਆਂਦਰ ਛੋਟੀ ਆਂਦਰ ਨਾਲੋਂ ਚੌੜੀ ਅਤੇ ਛੋਟੀ ਹੁੰਦੀ ਹੈ। ਇਹ ਲਗਭਗ 1.5 ਮੀਟਰ ਲੰਬੀ ਹੁੰਦੀ ਹੈ। ਇਸ ਦਾ ਮੁੱਖ ਕਾਰਜ ਪਾਣੀ ਅਤੇ ਕੁਝ ਲੂਣਾਂ ਨੂੰ ਸੋਖਿਤ ਕਰਨਾ ਹੁੰਦਾ ਹੈ। ਬਚਿਆ ਹੋਇਆ ਅਣਪਚਿਆ ਭੋਜਨ ਰੈਕਟਮ ਵਿੱਚ ਚਲਾ ਜਾਂਦਾ ਹੈ ਅਤੇ ਅਰਧ ਠੋਸ ਮਲ ਦੇ ਰੂਪ ਵਿੱਚ ਰਹਿੰਦਾ ਹੈ। ਸਮੇਂ-ਸਮੇਂ ਤੇ ਇਹ ਮਲ ਦੁਆਰ ਰਾਹੀਂ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਨੂੰ ਮਲ ਤਿਆਗ ਕਿਹਾ ਜਾਂਦਾ ਹੈ। ਬੱਚਿਓ, ਸਾਹ ਲੈਣ ਦਾ ਭਾਵ ਹੈ ਆਕਸੀਜਨ ਨਾਲ ਭਰਪੂਰ ਹਵਾ ਨੂੰ ਅੰਦਰ ਖਿੱਚਣਾ ਜਾਂ ਪ੍ਰਾਪਤ ਕਰਨਾ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਬਾਹਰ ਕੱਢਣਾ। ਆਕਸੀਜਨ ਭਰਪੂਰ ਹਵਾ ਨੂੰ ਸਰੀਰ ਦੇ ਅੰਦਰ ਲੈਣਾ, ਅੰਦਰ ਸਾਹ ਖਿੱਚਣ ਕਿਰਿਆ ਅਤੇ ਕਾਰਬਨ ਡਾਈਆਕਸਾਈਡ ਭਰਪੂਰ ਹਵਾ ਨੂੰ ਬਾਹਰ ਕੱਢਣਾ ਸਾਹ ਛੱਡਣ ਕਿਰਿਆ ਅਖਵਾਉਂਦੀ ਹੈ। ਆਓ ਹੁਣ ਅਸੀਂ ਸਾਹ ਕਿਰਿਆ ਦੀ ਵਿਧੀ ਜਾਣੀਏ। ਆਮ ਤੌਰ ਤੇ ਅਸੀਂ ਆਪਣੀ ਨਾਸ ਨਾਲ ਹਵਾ ਅੰਦਰ ਲੈਂਦੇ ਹਾਂ। ਜਦੋਂ ਅਸੀਂ ਹਵਾ ਨੂੰ ਅੰਦਰ ਲੈਂਦੇ ਹਾਂ ਤਾਂ ਇਹ ਸਾਡੀ ਨਾਸ ਤੋਂ ਨਾਸ ਖੋੜ ਵਿੱਚ ਚਲੀ ਜਾਂਦੀ ਹੈ। ਨਾਸ ਖੋੜ ਤੋਂ ਹਵਾ ਸਾਹ ਨਲੀ ਵਿੱਚ ਹੋ ਕੇ ਸਾਡੇ ਫੇਫੜਿਆਂ ਵਿੱਚ ਜਾਂਦੀ ਹੈ। ਫੇਫੜੇ ਛਾਤੀ ਖੋੜ ਵਿੱਚ ਸਥਿਤ ਹੁੰਦੇ ਹਨ।
ਛਾਤੀ ਖੋੜ ਪਾਸਿਆਂ ਤੇ ਪਸਲੀਆਂ ਨਾਲ ਘਿਰੀ ਹੁੰਦੀ ਹੈ। ਇੱਕ ਵੱਡੀ ਪੇਸ਼ੀ ਤਹਿ ਜੋ ਡਾਇਆਫ੍ਰਾਮ ਅਖਵਾਉਂਦੀ ਹੈ, ਛਾਤੀ ਖੋੜ ਨੂੰ ਆਧਾਰ ਦਿੰਦੀ ਹੈ। ਸਾਹ ਕਿਰਿਆ ਵਿੱਚ ਡਾਇਆਫ੍ਰਾਮ ਅਤੇ ਪਸਲੀਆਂ ਤੋਂ ਬਣੇ ਪਿੰਜਰ ਦੀ ਗਤੀ ਸ਼ਾਮਲ ਹੈ। ਸਾਹ ਅੰਦਰ ਲੈਣ ਦੇ ਸਮੇਂ ਪਸਲੀਆਂ ਉੱਪਰ ਅਤੇ ਬਾਹਰ ਦੇ ਵੱਲ ਗਤੀ ਕਰਦੀਆਂ ਹਨ ਅਤੇ ਡਾਇਆਫ੍ਰਾਮ ਹੇਠਾਂ ਵੱਲ ਗਤੀ ਕਰਦਾ ਹੈ। ਇਹ ਗਤੀ ਸਾਡੀ ਛਾਤੀ ਖੋੜ ਦੇ ਆਇਤਨ ਨੂੰ ਵਧਾ ਦਿੰਦੀ ਹੈ ਅਤੇ ਹਵਾ ਫੇਫੜਿਆਂ ਵਿੱਚ ਆ ਜਾਂਦੀ ਹੈ। ਫੇਫੜੇ ਹਵਾ ਨਾਲ ਭਰ ਜਾਂਦੇ ਹਨ। ਸਾਹ ਕੱਢਣ ਦੇ ਸਮੇਂ ਪਸਲੀਆਂ ਹੇਠਾਂ ਅਤੇ ਅੰਦਰ ਦੇ ਵੱਲ ਆਉਂਦੀਆਂ ਹਨ, ਜਦ ਕਿ ਡਾਇਆਫ੍ਰਾਮ ਉੱਪਰ ਦੇ ਵੱਲ ਆਪਣੀ ਪਹਿਲੀ ਸਥਿਤੀ ਵਿੱਚ ਆ ਜਾਂਦਾ ਹੈ। ਇਸ ਨਾਲ ਛਾਤੀ ਖੋੜ ਦਾ ਆਇਤਨ ਘਟ ਜਾਂਦਾ ਹੈ। ਇਸ ਕਾਰਨ ਬੱਚਿਓ, ਹਵਾ ਫੇਫੜਿਆਂ ਵਿੱਚੋਂ ਬਾਹਰ ਧੱਕ ਦਿੱਤੀ ਜਾਂਦੀ ਹੈ। ਅਸੀਂ ਆਪਣੇ ਸਰੀਰ ਵਿੱਚ ਇਹਨਾਂ ਗਤੀਆਂ ਨੂੰ ਆਸਾਨੀ ਨਾਲ ਅਨੁਭਵ ਕਰ ਸਕਦੇ ਹਾਂ। ਲਹੂ ਗੇੜ ਪ੍ਰਣਾਲੀ ਖੂਨ, ਖੂਨ ਵਹਿਣੀਆਂ ਅਤੇ ਦਿਲ ਮਿਲ ਕੇ ਬਣਾਉਂਦੇ ਹਨ, ਜੋ ਸਰੀਰ ਵਿੱਚ ਪਦਾਰਥਾਂ ਨੂੰ ਸਾਰੇ ਭਾਗਾਂ ਤੱਕ ਪਹੁੰਚਾਉਂਦੇ ਹਨ। ਜਦੋਂ ਤੁਹਾਡੇ ਸਰੀਰ ਦੇ ਕਿਸੇ ਭਾਗ ਤੇ ਕੱਟ ਲੱਗ ਜਾਂਦਾ ਹੈ ਤਾਂ ਕੀ ਹੁੰਦਾ ਹੈ? ਖੂਨ ਬਾਹਰ ਵਗਣ ਲੱਗਦਾ ਹੈ। ਪਰ ਬੱਚਿਓ, ਖੂਨ ਹੈ ਕੀ? ਖੂਨ ਉਹ ਦਰਵ ਹੈ ਜੋ ਵਹਿਣੀਆਂ ਵਿੱਚੋਂ ਪ੍ਰਵਾਹਿਤ ਹੁੰਦਾ ਹੈ। ਇਹ ਪਚੇ ਹੋਏ ਭੋਜਨ ਨੂੰ ਛੋਟੀਆਂ ਆਂਦਰਾਂ ਤੋਂ ਸਰੀਰ ਦੇ ਦੂਜੇ ਭਾਗਾਂ ਤੱਕ ਲੈ ਜਾਂਦਾ ਹੈ। ਫੇਫੜਿਆਂ ਵਿੱਚੋਂ ਆਕਸੀਜਨ ਨੂੰ ਵੀ ਖੂਨ ਹੀ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਲੈ ਜਾਂਦਾ ਹੈ। ਖੂਨ ਸਰੀਰ ਵਿੱਚੋਂ ਮਲ ਪਦਾਰਥਾਂ ਨੂੰ ਬਾਹਰ ਕੱਢਣ ਲਈ ਉਹਨਾਂ ਦਾ ਪਰਿਵਹਿਣ ਗੁਰਦਿਆਂ ਤੱਕ ਕਰਦਾ ਹੈ। ਖੂਨ ਇੱਕ ਦਰਵ ਹੈ ਜਿਸ ਵਿੱਚ ਵੱਖ-ਵੱਖ ਕਿਸਮ ਦੀਆਂ ਕੋਸ਼ਿਕਾਵਾਂ ਮੌਜੂਦ ਹੁੰਦੀਆਂ ਹਨ। ਖੂਨ ਦਾ ਦਰਵ ਭਾਗ ਪਲਾਜ਼ਮਾ ਅਖਵਾਉਂਦਾ ਹੈ। ਖੂਨ ਵਿੱਚ ਇੱਕ ਕਿਸਮ ਦੀਆਂ ਕੋਸ਼ਿਕਾਵਾਂ ਲਾਲ ਰਕਤ ਕੋਸ਼ਿਕਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਇੱਕ ਲਾਲ ਵਰਣਕ ਹੁੰਦਾ ਹੈ ਜਿਸ ਨੂੰ ਹੀਮੋਗਲੋਬਿਨ ਆਖਦੇ ਹਨ। ਹੀਮੋਗਲੋਬਿਨ ਆਕਸੀਜਨ ਨੂੰ ਆਪਣੇ ਨਾਲ ਸੰਯੁਕਤ ਕਰਕੇ ਸਰੀਰ ਦੇ ਸਾਰੇ ਅੰਗਾਂ ਵਿੱਚ ਅਤੇ ਅੰਤ ਵਿੱਚ ਸਾਰੀਆਂ ਕੋਸ਼ਿਕਾਵਾਂ ਤੱਕ ਪਰਿਵਹਿਣ ਕਰਦਾ ਹੈ। ਹੀਮੋਗਲੋਬਿਨ ਦੀ ਮੌਜੂਦਗੀ ਦੇ ਕਾਰਨ ਹੀ ਖੂਨ ਦਾ ਰੰਗ ਲਾਲ ਹੁੰਦਾ ਹੈ। ਖੂਨ ਵਿੱਚ ਹੋਰ ਕਿਸਮ ਦੀਆਂ ਕੋਸ਼ਿਕਾਵਾਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਸਫੇਦ ਰਕਤ ਕੋਸ਼ਿਕਾਵਾਂ ਕਿਹਾ ਜਾਂਦਾ ਹੈ। ਇਹ ਕੋਸ਼ਿਕਾਵਾਂ ਉਹਨਾਂ ਰੋਗਾਣੂਆਂ ਨੂੰ ਨਸ਼ਟ ਕਰਦੀਆਂ ਹਨ ਜਿਹੜੇ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਸੱਟ ਲੱਗਣ ਤੇ ਖੂਨ ਦਾ ਖਰਿੰਡ ਬਣ ਜਾਂਦਾ ਹੈ। ਉਸ ਵਿੱਚ ਇੱਕ ਹੋਰ ਕਿਸਮ ਦੀਆਂ ਕੋਸ਼ਿਕਾਵਾਂ ਦੀ ਮੌਜੂਦਗੀ ਦੇ ਕਾਰਨ ਇਸ ਤਰ੍ਹਾਂ ਹੁੰਦਾ ਹੈ। ਇਹਨਾਂ ਨੂੰ ਪਲੇਟਲੇਟਸ ਕਿਹਾ ਜਾਂਦਾ ਹੈ। ਸਰੀਰ ਵਿੱਚ ਵੱਖ-ਵੱਖ ਕਿਸਮ ਦੀਆਂ ਖੂਨ ਵਹਿਣੀਆਂ ਹੁੰਦੀਆਂ ਹਨ, ਜੋ ਖੂਨ ਨੂੰ ਸਰੀਰ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਤੱਕ ਲੈ ਜਾਂਦੀਆਂ ਹਨ। ਧਮਨੀਆਂ ਦਿਲ ਤੋਂ ਆਕਸੀਜਨ ਭਰਪੂਰ ਖੂਨ ਨੂੰ ਸਰੀਰ ਦੇ ਸਾਰੇ ਭਾਗਾਂ ਵਿੱਚ ਲੈ ਜਾਂਦੀਆਂ ਹਨ। ਕਿਉਂਕਿ ਖੂਨ ਪ੍ਰਵਾਹ ਤੇਜ਼ੀ ਨਾਲ ਵਧੇਰੇ ਦਾਬ ਤੇ ਹੁੰਦਾ ਹੈ, ਇਸ ਲਈ ਧਮਨੀਆਂ ਦੀਆਂ ਕੰਧਾਂ ਮੋਟੀਆਂ ਅਤੇ ਲਚਕਦਾਰ ਹੁੰਦੀਆਂ ਹਨ। ਉਹ ਰਕਤ ਵਹਿਣੀਆਂ ਜਿਹੜੀਆਂ ਕਾਰਬਨ ਡਾਈਆਕਸਾਈਡ ਭਰਪੂਰ ਖੂਨ ਨੂੰ ਸਰੀਰ ਦੇ ਸਾਰੇ ਭਾਗਾਂ ਤੋਂ ਵਾਪਸ ਦਿਲ ਵਿੱਚ ਲੈ ਜਾਂਦੀਆਂ ਹਨ, ਸ਼ਿਰਾਵਾਂ ਅਖਵਾਉਂਦੀਆਂ ਹਨ। ਸ਼ਿਰਾਵਾਂ ਦੀਆਂ ਭਿੱਤੀਆਂ ਪਤਲੀਆਂ ਹੁੰਦੀਆਂ ਹਨ। ਸ਼ਿਰਾਵਾਂ ਵਿੱਚ ਅਜਿਹੇ ਵਾਲਵ ਹੁੰਦੇ ਹਨ ਜਿਹੜੇ ਖੂਨ ਨੂੰ ਸਿਰਫ ਦਿਲ ਦੇ ਵੱਲ ਹੀ ਵਹਿਣ ਦਿੰਦੇ ਹਨ। ਧਮਨੀਆਂ ਹੋਰ ਛੋਟੀਆਂ-ਛੋਟੀਆਂ ਵਹਿਣੀਆਂ ਵਿੱਚ ਵੰਡੀਆਂ ਹੋਈਆਂ ਹੁੰਦੀਆਂ ਹਨ। ਟਿਸ਼ੂਆਂ ਵਿੱਚ ਪਹੁੰਚ ਕੇ ਉਹ ਫਿਰ ਹੋਰ ਪਤਲੀਆਂ ਨਲੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਇਨ੍ਹਾਂ ਵਾਲ ਵਰਗੀਆਂ ਬਰੀਕ ਨਲੀਆਂ ਨੂੰ ਕੇਸ਼ਕਾਵਾਂ ਕਹਿੰਦੇ ਹਨ।
ਵਾਲ ਵਰਗੀਆਂ ਬਰੀਕ ਨਲੀਆਂ ਦੁਬਾਰਾ ਮਿਲ ਕੇ ਸ਼ਿਰਾਵਾਂ ਬਣਾਉਂਦੀਆਂ ਹਨ, ਜਿਹੜੀਆਂ ਖੂਨ ਨੂੰ ਦਿਲ ਵਿੱਚ ਲੈ ਜਾਂਦੀਆਂ ਹਨ। ਦਿਲ ਉਹ ਅੰਗ ਹੈ ਜੋ ਖੂਨ ਦੁਆਰਾ ਪਦਾਰਥਾਂ ਦੇ ਪਰਿਵਹਿਣ ਲਈ ਪੰਪ ਦੇ ਰੂਪ ਵਿੱਚ ਕਾਰਜ ਕਰਦਾ ਹੈ। ਦਿਲ ਛਾਤੀ ਖੋੜ ਵਿੱਚ ਸਥਿਤ ਹੁੰਦਾ ਹੈ, ਜਿਸ ਦਾ ਹੇਠਲਾ ਸਿਰਾ ਥੋੜਾ ਖੱਬੇ ਪਾਸੇ ਝੁਕਿਆ ਰਹਿੰਦਾ ਹੈ। ਦਿਲ ਦਾ ਮਾਪ ਲਗਭਗ ਮੁੱਠ ਦੇ ਬਰਾਬਰ ਹੁੰਦਾ ਹੈ। ਦਿਲ 4 ਖਾਨਿਆਂ ਵਿੱਚ ਵੰਡਿਆ ਹੁੰਦਾ ਹੈ। ਉੱਪਰਲੇ ਖਾਨੇ ਸੱਜਾ ਔਰੀਕਲ ਅਤੇ ਖੱਬਾ ਔਰੀਕਲ, ਹੇਠਲੇ 2 ਖਾਨੇ ਸੱਜਾ ਵੈਂਟਰੀਕਲ ਅਤੇ ਖੱਬਾ ਵੈਂਟਰੀਕਲ ਅਖਵਾਉਂਦੇ ਹਨ। ਵਾਲਵ ਲਹੂ ਦੇ ਪ੍ਰਵਾਹ ਨੂੰ ਉਲਟ ਦਿਸ਼ਾ ਵਿੱਚ ਵਹਿਣ ਤੋਂ ਰੋਕਦਾ ਹੈ। ਮਹਾਸ਼ਿਰਾ ਤੋਂ ਆਕਸੀਜਨ ਰਹਿਤ ਖੂਨ ਸੱਜੇ ਔਰੀਕਲ ਅਤੇ ਫਿਰ ਸੱਜੇ ਵੈਂਟਰੀਕਲ ਵਿੱਚ ਜਾਂਦਾ ਹੈ। ਸੱਜਾ ਵੈਂਟਰੀਕਲ ਖੂਨ ਨੂੰ ਪੰਪ ਕਰਕੇ ਪਲਮਨਰੀ ਆਰਟਰੀ ਵਿੱਚ ਭੇਜਦਾ ਹੈ। ਪਲਮਨਰੀ ਆਰਟਰੀ ਖੂਨ ਨੂੰ ਫੇਫੜਿਆਂ ਤੱਕ ਲੈ ਜਾਂਦੀ ਹੈ, ਜਿੱਥੇ ਖੂਨ ਆਕਸੀਜਨ ਭਰਪੂਰ ਹੋ ਜਾਂਦਾ ਹੈ। ਖੂਨ ਵਿੱਚ ਗੈਸਾਂ ਦਾ ਵਟਾਂਦਰਾ ਫੇਫੜਿਆਂ ਵਿੱਚ ਹੁੰਦਾ ਹੈ। ਆਕਸੀਜਨ ਭਰਪੂਰ ਖੂਨ ਦਿਲ ਵਿੱਚ ਵਾਪਸ ਖੱਬੇ ਔਰੀਕਲ ਅਤੇ ਫਿਰ ਖੱਬੇ ਵੈਂਟਰੀਕਲ ਵਿੱਚ ਜਾਂਦਾ ਹੈ। ਖੱਬਾ ਵੈਂਟਰੀਕਲ ਆਕਸੀਜਨ ਭਰਪੂਰ ਲਹੂ ਨੂੰ ਆਇਓਟਾ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦਾ ਹੈ। ਦਿਲ ਦੀ ਧੜਕਣ। ਦਿਲ ਦੇ ਖਾਨਿਆਂ ਦੀਆਂ ਭਿੱਤੀਆਂ ਪੇਸ਼ੀਆਂ ਤੋਂ ਬਣੀਆਂ ਹੁੰਦੀਆਂ ਹਨ। ਇਹ ਪੇਸ਼ੀਆਂ ਤਰਤੀਬ ਵਿੱਚ ਸੁੰਗੜਦੀਆਂ ਅਤੇ ਆਰਾਮ ਕਰਦੀਆਂ ਹਨ। ਇਹ ਤਰਤੀਬ ਸੁੰਗੜਨ ਅਤੇ ਉਸ ਤੋਂ ਬਾਅਦ ਹੋਣ ਵਾਲੇ ਤਰਤੀਬ ਆਰਾਮ ਦੋਵੇਂ ਮਿਲ ਕੇ ਦਿਲ ਦੀ ਧੜਕਣ ਅਖਵਾਉਂਦੀ ਹੈ, ਜਿਸ ਨੂੰ ਹਾਰਟ ਬੀਟ ਕਹਿੰਦੇ ਹਨ। ਡਾਕਟਰ ਸਟੈਥੋਸਕੋਪ ਦੀ ਵਰਤੋਂ ਦਿਲ ਦੇ ਧੜਕਣ ਦੀ ਆਵਾਜ਼ ਨੂੰ ਵਧਾਉਣ ਦੀ ਜੁਗਤ ਦੇ ਰੂਪ ਵਿੱਚ ਕਰਦੇ ਹਨ। ਬੱਚਿਓ, ਪੌਦੇ ਆਪਣੀਆਂ ਜੜ੍ਹਾਂ ਦੁਆਰਾ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪੋਸ਼ਕਾਂ ਦਾ ਸੋਖਣ ਕਰਕੇ ਉਹਨਾਂ ਨੂੰ ਪੱਤਿਆਂ ਨੂੰ ਉਪਲਬਧ ਕਰਵਾਉਂਦੇ ਹਨ। ਪੱਤੇ ਪਾਣੀ ਅਤੇ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਰਾਹੀਂ ਭੋਜਨ ਬਣਾਉਂਦੇ ਹਨ। ਪੌਦੇ ਜੜ੍ਹਾਂ ਰਾਹੀਂ ਪਾਣੀ ਅਤੇ ਖਣਿਜਾਂ ਨੂੰ ਸੋਖਦੇ ਹਨ। ਜੜ੍ਹਾਂ ਵਿੱਚ ਜੜ ਵਾਲ ਹੁੰਦੇ ਹਨ। ਅਸਲ ਵਿੱਚ ਜੜ ਵਾਲ ਪਾਣੀ ਵਿੱਚ ਘੁਲੇ ਹੋਏ ਖਣਿਜ ਪੋਸ਼ਕ ਪਦਾਰਥਾਂ ਅਤੇ ਪਾਣੀ ਦੇ ਸੋਖਣ ਲਈ ਜੜ ਦੀ ਸਤ੍ਹਾ ਦੇ ਖੇਤਰਫਲ ਨੂੰ ਵਧਾ ਦਿੰਦੇ ਹਨ। ਜੜ ਵਾਲ ਮਿੱਟੀ ਕਣਾਂ ਦੇ ਵਿੱਚ ਮੌਜੂਦ ਪਾਣੀ ਦੇ ਸੰਪਰਕ ਵਿੱਚ ਰਹਿੰਦੇ ਹਨ। ਪੌਦਿਆਂ ਵਿੱਚ ਮਿੱਟੀ ਵਿੱਚੋਂ ਪਾਣੀ ਅਤੇ ਪੋਸ਼ਕ ਤੱਤਾਂ ਦਾ ਪਰਿਵਹਿਣ ਕਰਨ ਲਈ ਪਾਈਪ ਵਰਗੀਆਂ ਵਹਿਣੀਆਂ ਹੁੰਦੀਆਂ ਹਨ। ਵਹਿਣੀਆਂ ਵਿਸ਼ੇਸ਼ ਕੋਸ਼ਿਕਾਵਾਂ ਦੀਆਂ ਬਣੀਆਂ ਹੁੰਦੀਆਂ ਹਨ, ਜਿਹੜੀਆਂ ਵਹਿਣੀ ਟਿਸ਼ੂ ਬਣਾਉਂਦੀਆਂ ਹਨ। ਟਿਸ਼ੂ ਕੋਸ਼ਿਕਾਵਾਂ ਦਾ ਉਹ ਸਮੂਹ ਹੁੰਦਾ ਹੈ ਜਿਹੜਾ ਕਿਸੇ ਜੀਵ ਵਿੱਚ ਕਿਸੇ ਵਿਸ਼ੇਸ਼ ਕਾਰਜ ਨੂੰ ਨਿਭਾਉਂਦਾ ਹੈ। ਪਾਣੀ ਅਤੇ ਪੋਸ਼ਕ ਤੱਤਾਂ ਦੇ ਪਰਿਵਹਿਣ ਲਈ ਪੌਦਿਆਂ ਵਿੱਚ ਜਿਹੜਾ ਵਹਿਣੀ ਟਿਸ਼ੂ ਹੁੰਦਾ ਹੈ, ਉਸ ਨੂੰ ਜ਼ਾਈਲਮ ਕਹਿੰਦੇ ਹਨ। ਜ਼ਾਈਲਮ ਚੈਨਲਾਂ ਅਤੇ ਨਲੀਆਂ ਦਾ ਨਿਰੰਤਰ ਜਾਲ ਬਣਾਉਂਦਾ ਹੈ, ਜਿਹੜਾ ਜੜ੍ਹਾਂ ਨੂੰ ਤਣੇ ਅਤੇ ਸ਼ਾਖਾਵਾਂ ਦੇ ਮਾਧਿਅਮ ਨਾਲ ਪੱਤਿਆਂ ਨੂੰ ਜੋੜਦਾ ਹੈ ਅਤੇ ਇਸ ਤਰ੍ਹਾਂ ਬਣੀ ਪ੍ਰਣਾਲੀ ਪੂਰੇ ਪੌਦੇ ਵਿੱਚ ਪਾਣੀ ਦਾ ਪਰਿਵਹਿਣ ਕਰਦੀ ਹੈ। ਪੱਤੇ ਭੋਜਨ ਦਾ ਸੰਸ਼ਲੇਸ਼ਣ ਕਰਦੇ ਹਨ। ਭੋਜਨ ਨੂੰ ਪੌਦੇ ਦੇ ਸਾਰੇ ਭਾਗਾਂ ਵਿੱਚ ਲਿਜਾਇਆ ਜਾਂਦਾ ਹੈ। ਇਹ ਕਾਰਜ ਵਹਿਣੀ ਟਿਸ਼ੂਆਂ ਦੁਆਰਾ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਫਲੋਇਮ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜ਼ਾਈਲਮ ਅਤੇ ਫਲੋਇਮ ਪੌਦਿਆਂ ਵਿੱਚ ਪਦਾਰਥਾਂ ਦਾ ਪਰਿਵਹਿਣ ਕਰਦੇ ਹਨ। ਬੱਚਿਓ, ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ ਕਿ ਪੌਦੇ ਵਾਸ਼ਪ ਉਤਸਰਜਨ ਦੀ ਪ੍ਰਕਿਰਿਆ ਦੁਆਰਾ ਬਹੁਤ ਜ਼ਿਆਦਾ ਪਾਣੀ ਉਤਸਰਜਿਤ ਕਰਦੇ ਹਨ। ਪੌਦੇ ਮਿੱਟੀ ਵਿੱਚੋਂ ਖਣਿਜ ਪੋਸ਼ਕ ਤੱਤ ਅਤੇ ਪਾਣੀ ਸੋਖਦੇ ਹਨ। ਸੋਖਿਤ ਕੀਤਾ ਗਿਆ ਸਾਰਾ ਪਾਣੀ ਪੌਦੇ ਦੁਆਰਾ ਵਰਤਿਆ ਨਹੀਂ ਜਾਂਦਾ। ਪੱਤਿਆਂ ਦੀ ਸਤ੍ਹਾ ਉੱਤੇ ਮੌਜੂਦ ਸਟੋਮੈਟਾ ਵਿੱਚੋਂ
ਵਾਸ਼ਪ ਉਤਸਰਜਨ ਦੀ ਪ੍ਰਕਿਰਿਆ ਦੁਆਰਾ ਪਾਣੀ ਵਾਸ਼ਪਿਤ ਹੋ ਜਾਂਦਾ ਹੈ। ਪੱਤਿਆਂ ਵਿੱਚੋਂ ਪਾਣੀ ਦੇ ਵਾਸ਼ਪਨ ਨਾਲ ਖਿਚਾਅ ਵਿਕਸਿਤ ਹੋ ਜਾਂਦਾ ਹੈ। ਵਾਸ਼ਪ ਉਤਸਰਜਨ ਪੌਦੇ ਨੂੰ ਠੰਡਾ ਰੱਖਣ ਵਿੱਚ ਵੀ ਸਹਾਈ ਹੁੰਦਾ ਹੈ। ਬੱਚਿਓ, ਪੌਦੇ ਦੇ ਪੱਤੇ ਵਿੱਚ ਪ੍ਰਕਾਸ਼ ਸੰਸ਼ਲੇਸ਼ਣ ਰਾਹੀਂ ਬਣਨ ਵਾਲਾ ਭੋਜਨ ਪੌਦੇ ਦੇ ਬਾਕੀ ਅੰਗਾਂ ਤੱਕ ਕਿਵੇਂ ਪਹੁੰਚਦਾ ਹੈ? ਪ੍ਰਕਾਸ਼ ਸੰਸ਼ਲੇਸ਼ਣ ਦੇ ਘੁਲਣਸ਼ੀਲ ਉਤਪਾਦਾਂ ਦਾ ਪਰਿਵਹਨ ਸਥਾਨਾਂਤਰਣ ਅਖਵਾਉਂਦਾ ਹੈ ਅਤੇ ਇਹ ਵਹਿਣੀ ਟਿਸ਼ੂ ਦੇ ਫਲੋਏਮ ਨਾਂ ਦੇ ਭਾਗ ਦੁਆਰਾ ਹੁੰਦਾ ਹੈ। ਪ੍ਰਕਾਸ਼ ਸੰਸ਼ਲੇਸ਼ਣ ਦੇ ਉਤਪਾਦਾਂ ਤੋਂ ਇਲਾਵਾ ਫਲੋਏਮ ਅਮਾਈਨੋ ਤੇਜ਼ਾਬ ਅਤੇ ਹੋਰ ਪਦਾਰਥਾਂ ਦਾ ਪਰਿਵਹਨ ਵੀ ਕਰਦਾ ਹੈ। ਇਹ ਪਦਾਰਥ ਵਿਸ਼ੇਸ਼ ਰੂਪ ਵਿੱਚ ਭੌਂ ਜੜ ਦੇ ਭੰਡਾਰਨ ਅੰਗਾਂ, ਫਲਾਂ, ਬੀਜਾਂ ਅਤੇ ਵਾਧੇ ਵਾਲੇ ਅੰਗਾਂ ਵਿੱਚ ਲੈ ਜਾਏ ਜਾਂਦੇ ਹਨ। ਭੋਜਨ ਅਤੇ ਹੋਰ ਪਦਾਰਥਾਂ ਦਾ ਸਥਾਨਾਂਤਰਣ ਗੁਆਂਢੀ ਸਹਿ ਸ਼ੈਲਾਂ ਦੀ ਸਹਾਇਤਾ ਨਾਲ ਛਾਲਣੀ ਨਲੀਆਂ ਵਿੱਚ ਉੱਪਰ ਅਤੇ ਹੇਠਾਂ ਦੋਵੇਂ ਦਿਸ਼ਾਵਾਂ ਵਿੱਚ ਹੁੰਦਾ ਹੈ। ਜ਼ਾਈਲਮ ਰਾਹੀਂ ਪਰਿਵਹਨ ਸਧਾਰਨ ਭੌਤਿਕ ਬਲਾਂ ਦੁਆਰਾ ਸਮਝਿਆ ਜਾ ਸਕਦਾ ਹੈ, ਪਰ ਇਸ ਦੇ ਵਿਪਰੀਤ ਫਲੋਏਮ ਦੁਆਰਾ ਸਥਾਨਾਂਤਰਣ ਊਰਜਾ ਦੇ ਉਪਯੋਗ ਦੁਆਰਾ ਪੂਰਾ ਹੁੰਦਾ ਹੈ। ਸੁਕਰੋਜ਼ ਜਿਹੇ ਪਦਾਰਥ ਫਲੋਏਮ ਟਿਸ਼ੂ ਵਿੱਚ ATP ਤੋਂ ਪ੍ਰਾਪਤ ਊਰਜਾ ਨਾਲ ਹੀ ਸਥਾਨਾਂਤਰਿਤ ਹੁੰਦੇ ਹਨ। ਇਹ ਟਿਸ਼ੂ ਦਾ ਪ੍ਰਸਰਣ ਦਬਾਅ ਵਧਾ ਦਿੰਦੇ ਹਨ, ਜਿਸ ਕਾਰਨ ਪਾਣੀ ਇਸ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਹ ਦਬਾਅ ਪਦਾਰਥਾਂ ਨੂੰ ਫਲੋਏਮ ਤੋਂ ਉਸ ਟਿਸ਼ੂ ਤੱਕ ਲੈ ਜਾਂਦੇ ਹਨ ਜਿੱਥੇ ਕਿ ਦਬਾਅ ਘੱਟ ਹੁੰਦਾ ਹੈ। ਸਾਡੇ ਸਰੀਰ ਵਿੱਚ ਸੈੱਲ ਆਪਣੀਆਂ ਕਿਰਿਆਵਾਂ ਨੂੰ ਪੂਰਾ ਕਰਨ ਸਮੇਂ ਉਹ ਯੂਰੀਆ ਅਤੇ ਯੂਰਿਕ ਤੇਜ਼ਾਬ ਜਿਹੇ ਨਾਈਟ੍ਰੋਜਨੀ ਪਦਾਰਥਾਂ ਦਾ ਉਤਪਾਦਨ ਕਰਦੇ ਹਨ। ਇਹ ਪਦਾਰਥ ਫਾਲਤੂ ਅਤੇ ਜ਼ਹਿਰੀਲੇ ਹੁੰਦੇ ਹਨ, ਇਸ ਲਈ ਇਹਨਾਂ ਦਾ ਸਾਡੇ ਸਰੀਰ ਤੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਖੂਨ ਇਹਨਾਂ ਪਦਾਰਥਾਂ ਨੂੰ ਇਕੱਠਾ ਕਰਦਾ ਹੈ ਅਤੇ ਸਰੀਰ ਤੋਂ ਬਾਹਰ ਭੇਜਣ ਲਈ ਇਹਨਾਂ ਪਦਾਰਥਾਂ ਨੂੰ ਮਲ ਤਿਆਗ ਪ੍ਰਣਾਲੀ ਤੱਕ ਲੈ ਜਾਂਦਾ ਹੈ। ਮਨੁੱਖਾਂ ਦੀ ਮਲ ਤਿਆਗ ਪ੍ਰਣਾਲੀ ਵਿੱਚ ਗੁਰਦਿਆਂ ਦਾ ਇੱਕ ਜੋੜਾ, ਮੂਤਰ ਵਹਿਣੀ, ਮੂਤਰ ਮਸਾਣਾ ਅਤੇ ਮੂਤਰ ਮਾਰਗ ਹੁੰਦਾ ਹੈ। ਨੈਫਰੋਨ ਗੁਰਦਿਆਂ ਵਿਚਲੀਆਂ ਕਿਰਿਆਤਮਕ ਇਕਾਈਆਂ ਹੁੰਦੀਆਂ ਹਨ ਜੋ ਫਿਲਟਰੇਸ਼ਨ ਜਾਂ ਛਾਨਣ ਦੁਆਰਾ ਖੂਨ ਨੂੰ ਸਾਫ਼ ਕਰਦੇ ਹਨ। ਹਰੇਕ ਨੈਫਰੋਨ ਵਿੱਚ ਬਰੀਕ ਵਹਿਣੀਆਂ ਦਾ ਇੱਕ ਗੁੱਛਾ ਹੁੰਦਾ ਹੈ ਅਤੇ ਕੱਪ ਦੇ ਆਕਾਰ ਦੀ ਇੱਕ ਟਿਊਬ ਹੁੰਦੀ ਹੈ ਜਿਸ ਨੂੰ ਬੋਮੈਨ ਕੈਪਸੂਲ ਕਿਹਾ ਜਾਂਦਾ ਹੈ। ਖੂਨ ਦਾ ਸ਼ੁੱਧੀਕਰਨ ਇਸ ਕੈਪਸੂਲ ਵਿੱਚ ਹੁੰਦਾ ਹੈ। ਇੱਥੇ ਖੂਨ ਵਿੱਚੋਂ ਯੂਰੀਆ, ਯੂਰਿਕ ਤੇਜ਼ਾਬ, ਗਲੂਕੋਜ਼, ਅਮੀਨੋ ਤੇਜ਼ਾਬ ਅਤੇ ਨਮਕ ਨੂੰ ਛਾਣ ਦਿੱਤਾ ਜਾਂਦਾ ਹੈ। ਗਲੂਕੋਜ਼, ਅਮੀਨੋ ਤੇਜ਼ਾਬ ਅਤੇ ਕੁਝ ਉਪਯੋਗੀ ਨਮਕ ਨੂੰ ਖੂਨ ਦੇ ਵਹਿਣ ਦੁਬਾਰਾ ਸੋਖ ਲਿਆ ਜਾਂਦਾ ਹੈ। ਫਾਲਤੂ ਪਦਾਰਥਾਂ ਦੇ ਨਾਲ-ਨਾਲ ਪਾਣੀ ਮੂਤਰ ਮਸਾਣੇ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ, ਜਿਸ ਨੂੰ ਮੂਤਰ ਕਹਿੰਦੇ ਹਨ। ਮੂਤਰ ਵਹਿਣੀਆਂ ਰਾਹੀਂ ਗੁਰਦਿਆਂ ਤੋਂ ਮੂਤਰ ਮਸਾਣੇ ਤੱਕ ਪਹੁੰਚਦਾ ਹੈ। ਮੂਤਰ ਮਸਾਣਾ ਪੇਸ਼ੀਦਾਰ ਹੁੰਦਾ ਹੈ, ਇਸ ਲਈ ਇਹ ਨਾੜੀ ਨਿਯੰਤਰਣ ਅਧੀਨ ਹੈ। ਸਿੱਟੇ ਵਜੋਂ ਅਸੀਂ ਮੂਤਰ ਨਿਕਾਸੀ ਨੂੰ ਨਿਯੰਤਰਿਤ ਕਰ ਸਕਦੇ ਹਾਂ। ਬੱਚਿਓ, ਜੀਵਿਤ ਰਹਿਣ ਲਈ ਗੁਰਦੇ ਇੱਕ ਜ਼ਰੂਰੀ ਅੰਗ ਹਨ। ਕਈ ਕਾਰਨ ਜਿਵੇਂ ਕਿ ਇਨਫੈਕਸ਼ਨ, ਸੱਟ ਜਾਂ ਗੁਰਦਿਆਂ ਨੂੰ ਲਹੂ ਦਾ ਰੁਕ ਜਾਣਾ ਗੁਰਦਿਆਂ ਦੀ ਕਿਰਿਆ ਨੂੰ ਘਟਾ ਦਿੰਦਾ ਹੈ, ਜਿਸ ਨਾਲ ਸਰੀਰ ਵਿੱਚ ਜ਼ਹਿਰੀਲੇ ਵਾਧੂ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ। ਗੁਰਦੇ ਦੇ ਫੇਲ ਹੋਣ ਦੀ ਅਵਸਥਾ ਵਿੱਚ ਬਣਾਉਟੀ ਗੁਰਦੇ ਦਾ ਉਪਯੋਗ ਕੀਤਾ ਜਾਂਦਾ ਹੈ। ਇੱਕ ਬਣਾਉਟੀ ਗੁਰਦਾ ਉਹ ਯੰਤਰ ਹੈ ਜੋ ਡਾਇਲਿਸਿਸ ਨਾਲ ਨਾਈਟ੍ਰੋਜਨੀ ਫਾਲਤੂ ਪਦਾਰਥ ਲਹੂ ਵਿੱਚੋਂ ਕੱਢਣ ਦਾ ਇੱਕ ਤਰੀਕਾ ਹੈ। ਆਓ ਵੇਖੀਏ
ਕਿ ਬਣਾਉਟੀ ਗੁਰਦਾ ਕੰਮ ਕਿਵੇਂ ਕਰਦਾ ਹੈ। ਮਰੀਜ਼ ਦੀ ਬਾਂਹ ਵਿਚਲੀ ਸ਼ਿਰਾ ਤੋਂ ਖੂਨ ਨੂੰ ਲੰਬੀਆਂ ਸੈਲੂਲੋਜ਼ ਟਿਊਬਾਂ ਰਾਹੀਂ ਮਸ਼ੀਨ ਤੱਕ ਪਹੁੰਚਾਇਆ ਜਾਂਦਾ ਹੈ। ਇਹ ਟਿਊਬਾਂ ਡਾਇਆਲਾਈਜ਼ਿੰਗ ਘੋਲ ਦੇ ਟੈਂਕ ਨਾਲ ਜੁੜੀਆਂ ਹੁੰਦੀਆਂ ਹਨ। ਇਹ ਡਾਇਆਲਾਈਜ਼ਿੰਗ ਘੋਲ ਪਾਣੀ, ਗਲੂਕੋਜ਼ ਅਤੇ ਨਮਕ ਦਾ ਬਣਿਆ ਹੁੰਦਾ ਹੈ, ਜਿਸ ਦੀ ਘਣਤਾ ਸਧਾਰਨ ਖੂਨ ਦੀ ਘਣਤਾ ਦੇ ਬਰਾਬਰ ਹੁੰਦੀ ਹੈ। ਜਿਵੇਂ ਹੀ ਮਰੀਜ਼ ਦਾ ਖੂਨ ਡਾਇਲਾਈਜ਼ਿੰਗ ਘੋਲ ਵਿੱਚੋਂ ਲੰਘਦਾ ਹੈ ਤਾਂ ਖੂਨ ਵਿੱਚ ਮੌਜੂਦ ਨਾਈਟ੍ਰੋਜਨੀ ਫਾਲਤੂ ਪਦਾਰਥ ਚੁਣਨਯੋਗ ਮੁਸਾਮਦਾਰ ਸੈਲੂਲੋਜ਼ ਟਿਊਬਾਂ ਰਾਹੀਂ ਡਾਇਲਾਈਜ਼ਿੰਗ ਘੋਲ ਵਿੱਚ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਸਾਫ਼ ਖੂਨ ਮਰੀਜ਼ ਵਿੱਚ ਧਮਨੀ ਰਾਹੀਂ ਦੁਬਾਰਾ ਭੇਜ ਦਿੱਤਾ ਜਾਂਦਾ ਹੈ।